मॉर्निंग टू ऑल। आवाज आ रही मेरी? हेलो प्रेरणा, आवाज आ रही है मेरी? कर्ण, पन्नू, हेलो। पीपीटी भी शो हो रही है ना सब ਨੂੰ? पीपीटी शो नहीं हो रही? ओके, मैं फिर हो रही है। ओके, जिन्हों ਨੂੰ ਆਡੀਓ और पीपीटी शो नहीं हो रही, क्लीयर ਆਡੀਓ नहीं आ रही, वो एक बार रीजॉइन कर लो। सो स्टार्ट करते हैं। माइक सब ਦੇ ਜੋ ਹੈ ਮਿਊਟ ਹੋਣ ਲੱਗੇ ਆ। ਅਗਰ ਕਿਸੇ ਦਾ ਕੋਈ ਡਾਊਟ ਹੋਏ ਕਿਸੇ ਵੀ ਕੁਐਸਚਨ ਦੇ ਵਿੱਚ ਤਾਂ ਉਹ ਕੁਐਸਚਨ ਨੰਬਰ ਨੋਟ ਕਰ ਲੈਣਾ। ਔਰ ਅੱਜ ਦੀ ਮੀਟਿੰਗ ਦੇ ਵਿੱਚ ਕੀ ਹੋਏਗਾ, ਇੱਕ ਤਾਂ ਮਾਡਰਨ ਹਿਸਟਰੀ ਦੇ ਐਮਸੀਕਿਊ ਹੋਣਗੇ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਆਧੁਨਿਕ ਭਾਰਤ ਦਾ ਇਤਿਹਾਸ ਮਤਲਬ ਆਧੁਨਿਕ ਇਤਿਹਾਸ ਕਹਿੰਦੇ ਆ, ਉਸ ਦੇ ਐਮਸੀਕਿਊ ਹੋਣਗੇ। ਇਸ ਦੇ ਨਾਲ ਹੀ ਪਲੱਸ ਕ੍ਰੈਸ਼ ਕੋਰਸ, ਉਸ ਦੀ ਅਨਾਉਂਸਮੈਂਟ ਹੋਏਗੀ ਕਿ ਕਿਸ ਚੀਜ਼ ਦਾ ਲੈ ਕੇ ਕ੍ਰੈਸ਼ ਕੋਰਸ ਜੋ ਹੈ ਉਹ ਸ਼ੁਰੂ ਹੋਣ ਜਾ ਰਿਹਾ। ਸਭ ਤੋਂ ਪਹਿਲਾਂ ਆਪਾਂ ਐਮਸੀਕਿਊ ਕਰਾਂਗੇ, ਫਿਰ ਆਪਾਂ ਕ੍ਰੈਸ਼ ਕੋਰਸ ਦੀ ਅਨਾਉਂਸਮੈਂਟ ਕਰਾਂਗੇ ਕਿ ਕੀ ਕ੍ਰੈਸ਼ ਕੋਰਸ ਦੇ ਵਿੱਚ ਹੋਣ ਜਾ ਰਿਹਾ। ਸੋ ਸਟਾਰਟ ਕਰਦੇ ਹਾਂ। ਇੱਕ ਚੀਜ਼ ਹੋਰ ਦੱਸਣੀ ਚਾਹੁੰਦਾ, ਅਗਰ ਤੁਸੀਂ YouTube ਤੇ ਵੀਡੀਓ ਦੇਖਦੇ ਹੋ ਤਾਂ ਉੱਥੇ ਕਮੈਂਟ ਬਾਕਸ ਦੇ ਵਿੱਚ ਅਗਰ ਤੁਸੀਂ ਆਨਸਰ ਕਰਦੇ ਹੋ ਤਾਂ ਡਾਇਰੈਕਟ CB ਲਿਖ ਕੇ ਆਨਸਰ ਕਰਦੇ ਹੋ, ਲੇਕਿਨ ਉਸ ਦੇ ਅੱਗੇ ਕੁਐਸਚਨ ਨੰਬਰ ਨਹੀਂ ਪਾਉਂਦੇ। ਕੁਐਸਚਨ ਨੰਬਰ ਜ਼ਰੂਰ ਪਾਇਆ ਕਰੋ ਤਾਂ ਕਿ ਤੁਹਾਡੇ ਆਨਸਰ ਦਾ ਪਤਾ ਲੱਗੇ ਕਿ ਕਿਹੜੇ ਕੁਐਸਚਨ ਦਾ ਤੁਸੀਂ ਆਨਸਰ ਦਿੱਤਾ ਹੈ। ਸੋ ਸਟਾਰਟ ਕਰਦੇ ਹਾਂ। ਅੱਜ ਦਾ ਫਰਸਟ ਕੁਐਸਚਨ ਹੈ, ਆਨਸਰ ਸਭ ਨੂੰ ਪਤਾ ਹੈ ਕਿ ਜੋ ਹੈ ਆਨਸਰ ਜੋ ਹੈ ਤੁਸੀਂ ਚੈਟ ਬਾਕਸ ਦੇ ਵਿੱਚ ਦੇਣੇ ਆ ਔਰ YouTube ਤੇ ਕਮੈਂਟ ਬਾਕਸ ਦੇ ਵਿੱਚ। ਕਿਸ ਆਯੋਗ ਦੀ ਸਿਫਾਰਿਸ਼ ਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਜਿਹਨੂੰ ਸ਼ੋਰਟ ਵਿੱਚ UGC ਕਹਿ ਦਿੰਦੇ ਆ, ਦਾ ਗਠਨ ਹੋਇਆ? ਆਪਸ਼ਨ A ਹੈ ਕੋਠਾਰੀ ਕਮਿਸ਼ਨ, ਆਪਸ਼ਨ B ਹੈ ਰਾਧਾ ਕ੍ਰਿਸ਼ਨਨ ਕਮਿਸ਼ਨ, ਆਪਸ਼ਨ C ਹੈ ਹੰਟਰ ਕਮਿਸ਼ਨ, ਆਪਸ਼ਨ D ਹੈ ਕੋਈ ਵੀ ਨਹੀਂ। ਰੈਡਮੀ, ਅਗਰ ਤੁਹਾਨੂੰ ਵੌਇਸ ਨਹੀਂ ਆ ਰਹੀ ਤਾਂ ਇੱਕ ਵਾਰੀ ਰੀਜੁਆਇਨ ਕਰ ਲਓ, ਬਾਕੀ ਸਭ ਨੂੰ ਆ ਰਹੀ ਹੈ ਵੌਇਸ। ਸੋ ਇਸ ਦਾ ਰਾਈਟ ਆਨਸਰ ਜੋ ਹੈ ਆਪਸ਼ਨ B ਹੈ, ਰਾਧਾ ਕ੍ਰਿਸ਼ਨਨ ਕਮਿਸ਼ਨ ਦੀ ਸਿਫਾਰਿਸ਼ ਤੇ UGC, ਜਿੰਦੀ ਫੁੱਲ ਫਾਰਮ ਹੈ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਉਸ ਦਾ ਗਠਨ ਹੋਇਆ। ਸੋ ਰਾਧਾ ਕ੍ਰਿਸ਼ਨਨ ਜੋ ਕਮਿਸ਼ਨ ਸੀ, ਇਸ ਦਾ ਗਠਨ ਕਦੋਂ ਹੋਇਆ? ਇਸ ਦਾ ਗਠਨ ਹੋਇਆ ਨਵੰਬਰ 1948 ਦੇ ਵਿੱਚ, ਠੀਕ ਹੈ। ਔਰ UGC ਦਾ ਗਠਨ ਇਸ ਦੀ ਸਿਫਾਰਿਸ਼ ਤੇ ਕਦੋਂ ਹੋਇਆ? 1953 ਦੇ ਵਿੱਚ। ਅਗਰ ਤੁਹਾਨੂੰ UGC ਦਾ ਗਠਨ ਪੁੱਛ ਲਿਆ ਜਾਏ ਕਿ ਕਦੋਂ ਹੋਇਆ ਤਾਂ 1953 ਦੇ ਵਿੱਚ ਹੋਇਆ। ਔਰ ਤੁਹਾਨੂੰ ਅਗਰ ਪੁੱਛ ਲਿਆ ਜਾਏ ਕਿ ਕਿਸ ਕਮੇਟੀ ਦੀ ਸਿਫਾਰਿਸ਼ ਤੇ ਹੋਇਆ? ਰਾਧਾ ਕ੍ਰਿਸ਼ਨਨ ਕਮਿਸ਼ਨ ਦੀ ਸਿਫਾਰਿਸ਼ ਤੇ। ਇਸ ਤੋਂ ਇਲਾਵਾ ਜੋ ਕੋਠਾਰੀ ਕਮਿਸ਼ਨ ਹੈ, ਉਸ ਦਾ ਗਠਨ ਹੋਇਆ ਸੀ ਜੁਲਾਈ 1964 ਦੇ ਵਿੱਚ। ਜੁਲਾਈ 1964 ਦੇ ਵਿੱਚ ਕੋਠਾਰੀ ਕਮਿਸ਼ਨ ਦਾ ਗਠਨ ਹੋਇਆ ਸੀ, ਠੀਕ ਹੈ। ਔਰ ਇਸ ਦੇ ਚੇਅਰਮੈਨ ਸੀ ਡਾਕਟਰ DS ਕੋਠਾਰੀ। ਡਾਕਟਰ DS ਕੋਠਾਰੀ ਜੋ ਸੀ ਕੋਠਾਰੀ ਕਮਿਸ਼ਨ ਦੇ ਚੇਅਰਮੈਨ ਸੀ। ਇਹ ਕਮਿਸ਼ਨ ਆਪਣੇ ਆਪ ਵਿੱਚ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਨੇ ਇੱਕ ਨਿਊ ਐਜੂਕੇਸ਼ਨ ਪਾਲਿਸੀ, ਜਿਸ ਨੂੰ ਰਾਸ਼ਟਰੀ ਸਿੱਖਿਆ ਨੀਤੀ ਕਹਿੰਦੇ ਆ, ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ ਘੋਸ਼ਣਾ ਕੀਤੀ ਸੀ, ਜੋ 1968 ਦੇ ਵਿੱਚ ਲਾਗੂ ਹੋਈ ਸੀ। ਇਸ ਲਈ ਇਹ ਦੋਵੇਂ ਕਮਿਸ਼ਨ ਜੋ ਹੈ ਮਹੱਤਵਪੂਰਨ ਨੇ। ਨੈਕਸਟ ਕੁਐਸਚਨ ਹੈ, ਸਿੱਖਿਆ ਨੂੰ ਕਿਸ ਸਾਲ ਸਮਵਰਤੀ, ਜਿਹਨੂੰ ਸਾਂਝੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ? ਆਪਸ਼ਨ A ਹੈ 1966, ਆਪਸ਼ਨ B ਹੈ 1976, ਆਪਸ਼ਨ C ਹੈ 1986, ਆਪਸ਼ਨ D ਹੈ 1996। ਜੋ ਐਜੂਕੇਸ਼ਨ ਹੈ ਉਸ ਨੂੰ ਸਾਂਝੀ ਸੂਚੀ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ? B ਆ ਰਿਹਾ ਮੋਸਟਲੀ ਸਭ ਦਾ ਆਨਸਰ। ਸੋ ਇਸ ਦਾ ਰਾਈਟ ਜੋ ਆਨਸਰ ਹੈ ਉਹ ਆਪਸ਼ਨ B ਹੀ ਹੈ। 1976 ਦੇ ਵਿੱਚ ਇਸ ਨੂੰ ਸਾਂਝੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ। ਆਪਾਂ ਸਭ ਨੂੰ ਪਤਾ ਹੈ ਕਿ 3 ਅਨੁਸੂਚੀਆਂ ਹੁੰਦੀਆਂ ਨੇ, ਇੱਕ ਹੈ ਸਾਂਝੀ ਸੂਚੀ, ਇੱਕ ਹੈ ਰਾਜ ਸੂਚੀ ਔਰ ਇੱਕ ਹੈ ਸੰਘ ਸੂਚੀ, ਜਿਨ੍ਹਾਂ ਤੇ ਸੰਘ ਕਾਨੂੰਨ ਬਣਾਉਂਦਾ ਹੈ, ਰਾਜ ਕਾਨੂੰਨ ਬਣਾਉਂਦਾ ਹੈ, ਔਰ ਕੇਂਦਰ ਔਰ ਰਾਜ ਜੋ ਹੈ ਸਮਵਰਤੀ ਸੂਚੀ ਦੇ ਦੋਵੇਂ ਕਾਨੂੰਨ ਬਣਾਉਂਦੇ ਆ, ਠੀਕ ਹੈ। ਇਸ ਤੋਂ ਇਲਾਵਾ ਜੋ 1986 ਇੱਕ ਆਪਸ਼ਨ ਹੈ, ਇਸ ਦੇ ਵਿੱਚ ਇੱਕ ਫਿਰ ਤੋਂ ਨਿਊ ਐਜੂਕੇਸ਼ਨ ਪਾਲਿਸੀ ਜੋ ਸੀ, ਨੈਸ਼ਨਲ ਪਾਲਿਸੀ ਜੋ ਹੈ, ਉਸ ਦੀ ਘੋਸ਼ਣਾ ਹੋਈ ਸੀ। ਇਸ ਤੋਂ ਪਹਿਲਾਂ 1968 ਦੇ ਵਿੱਚ ਹੋਈ ਸੀ ਕੋਠਾਰੀ ਕਮਿਸ਼ਨ ਦੀ ਸਿਫਾਰਿਸ਼ ਤੇ, ਠੀਕ ਹੈ। ਨੈਕਸਟ ਕੁਐਸਚਨ ਹੈ, ਭਾਰਤ ਦਾ ਪਹਿਲਾ ਸਮਾਚਾਰ ਪੱਤਰ ਕਿਹੜਾ ਸੀ? ਆਪਸ਼ਨ A ਹੈ ਮਰਾਠਾ, ਆਪਸ਼ਨ B ਹੈ ਦੀ ਹਿੰਦੂ, ਆਪਸ਼ਨ C ਹੈ ਬੰਬੇ ਹੈਰਾਲਡ, ਆਪਸ਼ਨ D ਹੈ
दी बंगाल गजट पहला न्यूज़पेपर इंडिया दे विच किहड़ा सी जिहड़ा छपिया सी? रिंकू बल्ला दा डी आया, प्रेरणा दा बी है, प्रेरणा दा भी डी है, मनप्रीत दा बी है, रिंकल रानी दा डी है। सो मोस्टली सब दा आंसर जो है वो डी है। सो इसका राइट आंसर जो है ऑप्शन डी है। भारत का पहला समाचार पत्र सी दी बंगाल गजट। ठीक है, इस नूं कलकत्ता जनरल एडवरटाइजर भी कहा जाता सी। इसका एक होर नाम सी कलकत्ता जनरल एडवरटाइजर। ठीक है, और इस नूं किसने प्रकाशित किया? जेम्स ऑगस्टम ने। जेम्स ऑगस्टम ने इस नूं प्रकाशित किया सी। इस दे संपादक सी। ठीक है, 1780 दे विच। ओके, मराठा बारे आप सब जानते हैं। इस बारे मैं दसिया कि इस नूं गोपाल कृष्ण गोखले ने जो है शुरू किया सी। नैक्सट क्वेश्चन है, किस नूं भारतीय समाचार पत्रां दा मुक्तिदाता कहा जाता है? ऑप्शन ए है लॉर्ड वेल्जली, ऑप्शन बी है जॉन एडम, ऑप्शन सी है लॉर्ड हेस्टिंग्स, ऑप्शन डी है चार्ल्स मेटाकोफ। रिंकू बल्ला दा मेटाकोफ आया, करण दा भी मेटाकोफ है, डी आया MNS का भी। मोस्टली सब का आंसर जो है वो डी ही आ रहा है, मेटाकोफ। सो भारतीय समाचार पत्रां दा मुक्तिदाता जो सी चार्ल्स मेटाकोफ नूं कहा जाता सी। क्यों कहा जाता सी? क्योंकि इसने भारतीय जो प्रैस सी उसके प्रति उदारवाद की नीति अपनाई सी। चार्ल्स मेटाकोफ ने उदारवाद की नीति अपनाई, जिस करके की होया कि भारतीय समाचार पत्रों की जो है संख्या विच वाधा होना शुरू हो गया। इस तो इलावा जो होर ऑप्शन ने आप उन्हां दे बारे भी जानकारी प्राप्त कर लेने आ। सब तो पहली ऑप्शन है लॉर्ड वेल्जली। लॉर्ड वेल्जली ने की किया कि प्री सेंसरशिप की नीति अपनाई प्रैस के लिए। प्री सेंसरशिप की नीति दे विच की हुंदा सी, अगर कोई संपादक जो है कोई न्यूज़पेपर छाप रहा है तो उसनूं पहला प्री सेंसरशिप दे विच वो दिखाना पएगा कि असीं आ चीज़ न्यूज़ नूं पब्लिश कर रहे हैं। ठीक है, ये लॉर्ड वेल्जली ने अपनाई सी। पर हेस्टिंग्स ने इसनूं की कीता कि हटाता सी प्री सेंसरशिप की नीति नूं। ठीक है, जो ऑप्शन सी दे विच लॉर्ड हेस्टिंग्स है उसने प्री सेंसरशिप की नीति नूं हटाता सी। नैक्सट क्वेश्चन है, वॉइस ऑफ इंडिया अखबार का संपादक कौन सी? ऑप्शन ए है सुरेंद्रनाथ बैनर्जी, ऑप्शन बी है गंगाधर तिलक, ऑप्शन सी है दादा भाई नौरोजी, ऑप्शन डी है गोपाल कृष्ण गोखले। वॉइस ऑफ इंडिया का संपादक कौन सी? गुरदीप सिंह का सी आया, बाकी किसी का आंसर मनप्रीत का डी है, करण का बी है। मोस्टली सब के आंसर जो अलग अलग आ। वॉइस ऑफ इंडिया के जो संपादक सी वो सी दादा भाई नौरे जी। ऑप्शन सी इसका राइट आंसर है। ठीक है, इस तो इलावा जो बाकी ऑप्शन ने उन्होंने बारे भी आप जानकारी ले लें। सुरेंद्रनाथ बैनर्जी ने दी बंगोली जो है न्यूज़पेपर के संपादक रहे आ। गोखले जो सी वो सुधाकर सुधाकर न्यूज़पेपर दे। इस तो इलावा जो तिलक सी वो मराठा अते एक होर अखबार सी केसरी। मराठा अते केसरी दे संपादक जो सी वो बाल गंगाधर तिलक सी। ठीक है, सो इन्हां बारे जो है जो भी ऑप्शन होणगियां उन्हां दे बारे मैं थोड़ी थोड़ी जानकारी दिंदा रहांगा। नैक्सट क्वेश्चन है, भारत विच पहली सूती मिल कित्थे स्थापित हुई? ऑप्शन ए है मुंबई, ऑप्शन बी है अहमदाबाद, ऑप्शन सी है जयपुर, ऑप्शन डी है पंजाब। क्योंकि अगर सीधा MCQ ਦੇ आंसर करने और दसना ਉਹਦੇ ਨਾਲ कोई बेनीफिट नहीं होएगा अगर ਤੁਹਾਨੂੰ एक्स्ट्रा नॉलेज नहीं मिलेगी। ਤਾਂ जूम मीटिंग ਲਗਾਉਣ ਦਾ ਇਹੀ ਫਾਇਦਾ ਹੈ ਕਿ ਤੁਹਾਡੇ ਡਾਊਟ ਵੀ ਕਲੀਅਰ ਹੁੰਦੇ ਆ ਔਰ ਤੁਹਾਨੂੰ ਜ਼ਿਆਦਾ ਜਾਣਨ ਨੂੰ ਵੀ ਮਿਲਦਾ। ਰਿੰਕੂ ਬਾਲਾ ਦਾ ਮੁੰਬਈ ਆਇਆ, MNS ਦਾ B ਹੈ, ਪ੍ਰੇਰਨਾ ਕੰਬੋਜ ਦਾ B ਹੈ, ਗੁਰਦੀਪ ਸਿੰਘ ਦਾ ਵੀ B ਹੈ, ਮਨਪ੍ਰੀਤ ਦਾ ਵੀ B ਹੈ। ਸੋ ਭਾਰਤ ਦੇ ਵਿੱਚ ਸਭ ਤੋਂ ਪਹਿਲੀ ਸੂਤੀ ਮਿਲ ਜੋ ਹੈ ਉਹ ਮੁੰਬਈ ਵਿੱਚ ਸਥਾਪਿਤ ਹੋਈ ਸੀ। ਇਸ ਦਾ ਰਾਈਟ ਆਂਸਰ ਜੋ ਹੈ ਆਪਸ਼ਨ A ਹੈ। ਉਦੋਂ ਇਸ ਨੂੰ ਬੰਬਈ ਕਿਹਾ ਜਾਂਦਾ ਸੀ। ਮੁੰਬਈ ਨੂੰ ਬੰਬਈ ਕਿਹਾ ਜਾਂਦਾ ਸੀ ਉਦੋਂ। ਔਰ ਇਹ ਕਦੋਂ ਸਥਾਪਿਤ ਹੋਈ ਸੀ? 1853 ਦੇ ਵਿੱਚ। ਠੀਕ ਹੈ, ਨੈਕਸਟ ਕੁਐਸਚਨ ਹੈ, ਭਾਰਤ ਦੀ ਪਹਿਲੀ ਜੂਟ ਨੂੰ ਪਟਸਨ ਵੀ ਕਹਿੰਦੇ ਆ, ਮਿਲ ਕਿੱਥੇ ਸਥਾਪਿਤ ਹੋਈ? ਆਪਸ਼ਨ A ਹੈ ਮੁੰਬਈ, ਆਪਸ਼ਨ B ਹੈ ਬੰਗਾਲ, ਆਪਸ਼ਨ C ਹੈ ਮਦਰਾਸ, ਆਪਸ਼ਨ D ਹੈ ਕੇਰਲ।
पहली जूट मिल कित्थे स्थापित हुई? रिंकू बल्ला दा सी है, कुलविंदर कौर दा बी है, मनप्रीत दा भी बी है, मद्रास आया एक दा आंसर, कुलविंदर कौर दा सी है। सो इज द राइट आंसर है ऑप्शन बी, बंगाल दे रिशरा दे विच। बंगाल दे रिशरा दे विच स्थापित हुई सी पटसन मिल। और कदों स्थापित हुई? 1855 दे विच, 1855 दे विच। ठीक है। नैक्सट क्वेश्चन है, पॉवर्टी एंड अन ब्रिटिश रूल इन इंडिया किताब दा लेखक है? मैं रिपीट कर रहा, पॉवर्टी एंड अन ब्रिटिश रूल इन इंडिया किताब दा लेखक है? ऑप्शन ए है दादा भाई नौरोजी, ऑप्शन बी है महादेव गोविंद, ऑप्शन सी है रेशम चंद्र दत्त, ऑप्शन डी है गोपाल कृष्ण गोखले। रिंकू बल्ला दा ए है, असलम खान दा सी है, करण दा ए है, MNS दा ए है, प्रेरणा दा सी है। सो इज द राइट जो आंसर है ऑप्शन ए है, पॉवर्टी एंड अन ब्रिटिश रूल इन इंडिया किताब के लेखक दादा भाई नौरोजी सी। ਇਹ किताब इसलिए मशहूर है क्योंकि इस किताब विच उन्होंने सब तो पहला आर्थिक निकासी की गल कही सी। ठीक है। ਹੁਣ इसका मतलब की है आर्थिक निकासी का, कि भारतीय जो उत्पाद ने उन्हों का इंग्लैंड ਦੇ ਵਿੱਚ प्रवाह हो रहा है, लेकिन बदले ਵਿੱਚ भारत ਨੂੰ कुछ नहीं मिलता, बदले ਵਿੱਚ भारत ਨੂੰ ਨਿੱਲ बटे सन्नाटा मिल रहा। मतलब भारत की पूंजी जो है वो इंग्लैंड ਦੇ ਵਿੱਚ जा रही है। इसनों ही आर्थिक निकासी का नाम दिता सी दादा भाई नौरोजी ने। ठीक है। बाकी ऑप्शनों के बारे भी जानकारी आप लै लेने। रमेश दत्त जो सी उन्होंने की किया, दी इकनॉमिक हिस्टरी ऑफ इंडिया नाम की किताब लिखी। रमेश चंद्र दत्त ने दी इकनॉमिक हिस्टरी ऑफ इंडिया नाम की किताब लिखी सी। ठीक है। गोपाल कृष्ण गोखले बारे मैं पहला दस चुकिया कि उन्होंने किहड़े अखबारों का जो है संपादन किया सी। नैक्सट क्वेश्चन है, वर्नाकुलर प्रैस एक्ट कदों पास किया गया? ऑप्शन ए है 1882, ऑप्शन बी है 1878, ऑप्शन सी है 1857, ऑप्शन डी है 1885। इहदे विच मैं दसांगा कि हाउ टू एलिमिनेट, अगर तुहानू क्वेश्चन नहीं आ रहा जिंदे विच ईयर दसे हुए आ तो तुसी किवें ऑप्शन नू एलिमिनेट कर सकते हो। एक बारी तुसी आंसर दे दो, फिर मैं तुहानू दसदा एलिमिनेट किवें मैथड यूज हुंदा है और ट्रिक किवें आपां एग्जाम हॉल दे विच लगाई जाती है। वर्नाकुलर प्रैस एक्ट नू भारती भाषा समाचार पत्र एक्ट भी कहा जाता है पंजाबी विच। सो मोस्टली सी और ए आंसर आ रहा है। सो मैं हुण तुहानू दसदा किवें आपां ऑप्शन नू एलिमिनेट करना है। ठीक है। बेसिकली आपां देखते हैं कि 1857 दे विच क्रांति बारे ही आपां सुनते हैं कि पहला सुतंत्रता संग्राम होया सी। ठीक है। इसलिए जो ऑप्शन सी है वो एलिमिनेट आपां ईजिली कर सकते हैं, क्योंकि इस टाइम वर्नाकुलर प्रैस एक्ट की आपां कोई गल नहीं सुनी। ऑप्शन डी दे विच आपां 1885 दे विच की सुनते हैं कि कांग्रेस की स्थापना हुई। इस तो इलावा कोई होर भी आपां गल नहीं सुनते जो ज़्यादा जो है चर्चा दे विच रही होवे। इसलिए ऑप्शन डी भी आपां एलिमिनेट कर सकते हैं। सो ऑप्शन बचियां तुहाडे कोल सिर्फ ए और बी। अगर तुहानू जो है हुण तुहाडे कोल चांस है कि 50% तुहाडा आंसर जो है वो सही हो सकता है, लेकिन पहला की चांस सी 25% तुहाडा आंसर जो सी सही हो सकता सी, क्योंकि चारों ऑप्शन दे विच तुहानू आंसर नहीं पता सी। इसलिए तुसी दो ऑप्शन जो है एलिमिनेट कर ली हैं, ऑप्शन सी और ऑप्शन डी। ठीक है। हुण तुसी ऑप्शन ए और बी दे विच कोई भी लगा सकते हो तो तुहाडा आंसर जो है 50% राइट होने के चांस आ। ठीक है। हुण मैं दसदा कि आंसर जो है इसका ऑप्शन बी है। 1878 दे विच वर्नाकुलर प्रैस एक्ट जो है पास होया सी। एवें ही आपां एग्जाम हॉल दे विच ट्रिक नू यूज करना है। आपां अपने सबकॉन्शियस माइंड नू यूज करना है कि किहड़ियां-किहड़ियां घटनावां जो है वो किस टाइम होईयां सी। ठीक है। इस नू कहा जाता है भारतीय भाषा समाचार एक्ट। इस नू किसने पास किया? लॉर्ड लिटन ने। लॉर्ड लिटन ने वर्नाकुलर प्रैस एक्ट नू पास किया सी, अगर तुहानू उसका नाम पूछ लिया जाए तो। लेकिन भारी विद्रोह होया और 1882 दे विच की होया कि इस नू लॉर्ड रिपन ने इस एक्ट नू रद्द करता। ऑप्शन ए दे विच 1882 लिखा होया है, ये भी वर्नाकुलर प्रैस एक्ट नाल ही संबंधित है। इस नू लॉर्ड रिपन ने रद्द करता सी। ठीक है। नैक्सट क्वेश्चन है, इलाहाबाद की संधि कदों हुई? ऑप्शन ए है 1857, ऑप्शन बी है 1765, ऑप्शन सी है 1757, ऑप्शन डी है 1764। इहदे विच भी आप ऑप्शन नू एलिमिनेट मैथड जो है यूज करांगे, क्योंकि एक क्वेश्चन दे विच अगर एलिमिनेट मैथड यूज कर रहे हैं तो वो तुहाडे माइंड दे विच नहीं जाएगा।
इसलिए मैं 2 या 3 क्वेश्चन जो रखे हुए आ एलिमिनेट करने ਲਈ, ठीक है। एक बारी ਤੁਹਾਡਾ ਆਨਸਰ ਦੇਖ ਲੈਨੇ ਆ। ਸੋ ਹੁਣ ਮੈਂ ਦੱਸਦਾ B ਆ ਰਿਹਾ ਔਰ C ਆ ਰਿਹਾ ਆਨਸਰ। ਦੇਖੋ ਕਿਵੇਂ ਸਬਕੌਂਸ਼ੀਅਸ ਮਾਈਂਡ ਨੂੰ ਔਰ ਆਪਾਂ ਆਪਣੀ ਨੌਲੇਜ ਨੂੰ ਯੂਜ਼ ਕਰਨਾ ਹੈ ਐਗਜ਼ਾਮ ਹਾਲ ਦੇ ਵਿੱਚ। ਦੇਖੋ 1857 ਦੇ ਵਿੱਚ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਕ੍ਰਾਂਤੀ ਬਾਰੇ ਆਪਾਂ ਸੁਣਿਆ। 1757 ਦੇ ਵਿੱਚ ਆਪਾਂ ਪਲਾਸੀ ਦੀ ਲੜਾਈ ਬਾਰੇ ਸੁਣਿਆ ਸੀ, ਠੀਕ ਹੈ। ਔਰ 1764 ਦੇ ਵਿੱਚ ਕੀ ਹੋਇਆ ਕਿ ਬਕਸਰ ਦਾ ਯੁੱਧ ਸੁਣਿਆ ਸੀ। ਇਸ ਲਈ ਇਹ 3 ਆਪਸ਼ਨ ਆਪਾਂ ਐਲੀਮੀਨੇਟ ਕਰ ਚੁੱਕੇ ਆ, मतलब एक ही ऑप्शन बचती है और अपना आंसर जो है 100% जो है राइट होने दे चांस आ। सो ऑप्शन बची बी, इसलिए बी इज द राइट आंसर होएगा, ठीक है। 1765 और कदों हुई? बक्सर दे युद्ध तो बाद। बक्सर दा युद्ध कदों होया? 1764 ਦੇ ਵਿੱਚ। ਇਸ ਸੰਧੀ ਦੇ ਵਿੱਚ ਕੀ ਹੋਇਆ? ਇਲਾਹਾਬਾਦ ਦੀ ਸੰਧੀ ਦੇ ਵਿੱਚ ਅੰਗਰੇਜ਼ਾਂ ਨੂੰ ਬੰਗਾਲ, ਬਿਹਾਰ, ਉੜੀਸਾ ਦੀ ਦੀਵਾਨੀ ਪ੍ਰਾਪਤ ਹੋ ਗਈ। ਬੰਗਾਲ, ਬਿਹਾਰ, ਉੜੀਸਾ ਦੀ ਦੀਵਾਨੀ ਪ੍ਰਾਪਤ ਹੋ ਗਈ, ਠੀਕ ਹੈ। ਔਰ ਉਦੋਂ ਅਗਰ ਤੁਹਾਨੂੰ ਮੁਗਲ ਬਾਦਸ਼ਾਹ ਪੁੱਛ ਲਿਆ ਜਾਏ ਤਾਂ ਉਹ ਸੀ ਸ਼ਾਹ ਆਲਮ ਦੂਜਾ। ਸ਼ਾਹ ਆਲਮ ਦੂਜਾ ਤੇ ਲਾਰਡ ਕਲਾਈਵ ਦੇ ਵਿੱਚ ਜੋ ਹੈ ਇਹ ਸੰਧੀ ਹੋਈ ਸੀ 1765 ਦੇ ਵਿੱਚ। ਬਾਕੀ ਆਪਸ਼ਨਾਂ ਬਾਰੇ ਵੀ ਤੁਸੀਂ ਜ਼ਰੂਰ ਯਾਦ ਰੱਖਿਓ। 1857 ਦੇ ਵਿੱਚ ਸੁਤੰਤਰਤਾ ਸੰਗਰਾਮ ਹੋਇਆ, 1757 ਦੇ ਵਿੱਚ ਪਲਾਸੀ ਦੀ ਲੜਾਈ ਹੋਈ ਔਰ 1764 ਦੇ ਵਿੱਚ ਬਕਸਰ ਦਾ ਯੁੱਧ ਹੋਇਆ। ਇਹ ਈਅਰ ਤੁਹਾਨੂੰ ਯਾਦ ਰੱਖਣੇ ਜ਼ਰੂਰੀ ਆ ਕਿਉਂਕਿ ਇਹਨਾਂ ਉੱਪਰ ਜੋ ਹੈ ਕੁਐਸਚਨ ਪੁੱਛਿਆ ਜਾਏਗਾ ਐਗਜ਼ਾਮ ਦੇ ਵਿੱਚ। ਨੈਕਸਟ ਕੁਐਸਚਨ ਹੈ ਰੈयतवाड़ी ਬੰਦੋਬਸਤ ਕਿਸ ਨੇ ਸ਼ੁਰੂ ਕੀਤਾ? ਆਪਸ਼ਨ ਏ ਹੈ ਲਾਰਡ ਡਲਹੌਜੀ, ਆਪਸ਼ਨ ਬੀ ਹੈ ਟਾਮਸ ਮੁਨਰੋ, ਆਪਸ਼ਨ ਸੀ ਹੈ ਲਾਰਡ ਕਾਰਨਵਾਲਿਸ, ਆਪਸ਼ਨ ਡੀ ਹੈ ਜੌਨ ਸ਼ੋਰ। ਸੀ ਆ ਰਿਹਾ ਮੋਸਟਲੀ ਆਨਸਰ, MNS ਦਾ B ਆਇਆ, ਬਾਕੀ ਸਭ ਦਾ C ਆ ਰਿਹਾ। ਸੋ ਇਸ ਦਾ ਰਾਈਟ ਜੋ ਆਨਸਰ ਹੈ ਆਪਸ਼ਨ B ਹੈ। ਟਾਮਸ ਮੁਨਰੋ ਨੇ ਰੈयतवाड़ी ਬੰਦੋਬਸਤ ਜੋ ਹੈ ਸ਼ੁਰੂ ਕੀਤਾ ਸੀ। ਰੈयत ਦਾ ਮੀਨਿੰਗ ਪੁੱਛ ਲਿਆ ਜਾਏ ਤਾਂ ਕੀ ਹੈ? ਰੈयत ਦਾ ਮੀਨਿੰਗ ਹੈ ਕਿਸਾਨ, ਮਤਲਬ ਕਿਸਾਨਾਂ ਨਾਲ ਸਿੱਧਾ ਸੰਬੰਧ ਸਥਾਪਿਤ ਕੀਤਾ ਗਿਆ ਸੀ। ਉਹਨਾਂ ਤੋਂ ਡਾਇਰੈਕਟ ਜੋ ਹੈ ਕਰ ਲਿਆ ਜਾਂਦਾ ਸੀ ਉਹਨਾਂ ਦੀ ਫਸਲ ਦਾ। ਰੈयत ਦਾ ਮਤਲਬ ਹੈ ਕਿਸਾਨ, ਠੀਕ ਹੈ। ਕਿਸਾਨਾਂ ਤੋਂ ਡਾਇਰੈਕਟ ਕਰ ਲਿਆ ਜਾਂਦਾ ਸੀ ਔਰ ਇਹ ਕਦੋਂ ਸ਼ੁਰੂ ਹੋਇਆ? 1820 ਦੇ ਵਿੱਚ, ਠੀਕ ਹੈ। ਮਦਰਾਸ ਦਾ ਤਤਕਾਲੀ ਗਵਰਨਰ ਸੀ ਟਾਮਸ ਮੁਨਰੋ, ਇਸ ਨੇ ਸ਼ੁਰੂ ਕੀਤਾ ਸੀ। ਔਰ ਇਹ ਕਿੱਥੇ ਕਿੱਥੇ ਸ਼ੁਰੂ ਹੋਇਆ? ਮਦਰਾਸ, ਬੰਬਈ ਔਰ ਅਸਾਮ ਦੇ ਕੁਝ ਭਾਗਾਂ ਦੇ ਵਿੱਚ। ਮਦਰਾਸ, ਬੰਬਈ ਔਰ ਅਸਾਮ ਦੇ ਕੁਝ ਭਾਗਾਂ ਦੇ ਵਿੱਚ ਇਸ ਨੇ ਸਥਾਈ ਬੰਦੋਬਸਤ ਦੀ ਜਗ੍ਹਾ ਲਈ ਸੀ, ਠੀਕ ਹੈ। ਇਸ ਨੇ ਸਥਾਈ ਬੰਦੋਬਸਤ ਦੀ ਜਗ੍ਹਾ ਲਈ ਸੀ। ਆਪਸ਼ਨ ਏ ਦੇ ਵਿੱਚ ਲਾਰਡ ਡਲਹੌਜੀ ਹੈ। ਇਸ ਦਾ ਕਾਲ ਆਪਾਂ ਸਭ ਨੂੰ ਪਤਾ ਹੈ ਕਿ 1848 ਤੋਂ ਲੈ ਕੇ ਇਹ 54 ਤੱਕ ਰਿਹਾ ਸੀ ਔਰ ਇਸ ਦੇ ਟਾਈਮ ਹੀ ਕੀ ਹੋਇਆ ਕਿ ਪੰਜਾਬ ਦਾ ਬ੍ਰਿਟਿਸ਼ ਰੂਲ ਦੇ ਵਿੱਚ ਵਿਲੇ ਹੋ ਗਿਆ ਸੀ, ਠੀਕ ਹੈ। ਪੰਜਾਬ ਨੂੰ ਬ੍ਰਿਟਿਸ਼ ਭਾਰਤ ਦੇ ਵਿੱਚ ਮਿਲਾ ਲਿਆ ਗਿਆ ਸੀ, ਓਕੇ। ਨੈਕਸਟ ਕੁਐਸਚਨ ਹੈ ਬਕਸਰ ਦਾ ਯੁੱਧ ਕਦੋਂ ਹੋਇਆ? ਇਹ ਕੁਐਸਚਨ ਕਿਸੇ ਦਾ ਗਲਤ ਨਹੀਂ ਜਾਣਾ ਚਾਹੀਦਾ ਕਿਉਂਕਿ ਇਸ ਦਾ ਆਨਸਰ ਮੈਂ ਪਿੱਛੇ ਵੀ ਦੱਸ ਚੁੱਕਿਆ। ਆਪਸ਼ਨ ਏ ਹੈ 1757, ਆਪਸ਼ਨ ਬੀ ਹੈ 1764, ਆਪਸ਼ਨ ਸੀ ਹੈ 1773, ਆਪਸ਼ਨ ਡੀ ਹੈ 1784। अगर तुसी ध्यान नाल मीटिंग लगाओगे तो बहुत बेनिफिट होएगा क्योंकि क्वेश्चन जो आ सिर्फ क्वेश्चनां दे विचों क्वेश्चन नहीं निकलते, जो मैं अदर जो दस रहा एक्सप्लेन कर रहा उसनू भी ध्यान नाल सुनिया करो। बी आ रहा मोस्टली सब दा आंसर। सो इस दा राइट आंसर है ऑप्शन बी। बक्सर दा युद्ध 1764 दे विच होया। इस तो बाद की होया कि 12 अगस्त 1765 दे विच ਕਲਾਈਵ ਅਤੇ ਬਾਦਸ਼ਾਹ ਸ਼ਾਹ ਆਲਮ ਦੂਜੇ ਵਿੱਚ ਇੱਕ ਫਰਮਾਨ ਜਾਰੀ ਹੋਇਆ ਜਿਸ ਨੂੰ ਇਲਾਹਾਬਾਦ ਦੀ ਸੰਧੀ ਕਿਹਾ ਜਾਂਦਾ ਹੈ। ਉਸ ਦੇ ਵਿੱਚ ਬੰਗਾਲ, ਬਿਹਾਰ, ਉੜੀਸਾ ਦੀ ਦੀਵਾਨੀ ਪ੍ਰਾਪਤ ਹੋਈ। ਮੈਂ ਰਿਪੀਟ ਇਸ ਲਈ ਕਰ ਰਿਹਾ ਤੁਹਾਡੇ ਮਾਈਂਡ ਦੇ ਵਿੱਚ ਇਹ ਚੀਜ਼ ਜੋ ਹੈ ਫਿੱਟ ਹੋ ਜੇ, ਠੀਕ ਹੈ। ਪਲਾਸੀ ਦਾ ਯੁੱਧ ਹੋਇਆ ਸੀ 1757 ਦੇ ਵਿੱਚ, ਆਪਸ਼ਨ ਏ ਪਲਾਸੀ ਦਾ ਯੁੱਧ ਹੈ। 1773 ਦੇ ਵਿੱਚ ਕੀ ਹੋਇਆ? ਰੈਗੂਲੇਟ ਐਕਟ ਆਇਆ, ਰੈਗੂਲੇਟਿੰਗ ਐਕਟ ਆਇਆ ਕੰਪਨੀ ਨੂੰ ਰੈਗੂਲੇਟ ਕਰਨ ਲਈ, ਠੀਕ ਹੈ। 1784 ਦੇ ਵਿੱਚ ਕੀ ਹੋਇਆ? ਪਿਟਸ ਇੰਡੀਆ ਐਕਟ ਆਇਆ। ਪਿਟਸ ਇੰਡੀਆ ਐਕਟ 1784 ਦੇ ਵਿੱਚ ਆਇਆ, ਆਪਸ਼ਨ ਡੀ ਦੇ ਵਿੱਚ। ਨੈਕਸਟ ਕੁਐਸਚਨ ਹੈ ਪਹਿਲੀ ਵਾਰ ਬ੍ਰਿਟਿਸ਼ ਕੈਬਨਿਟ ਨੂੰ ਭਾਰਤੀ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰਨ ਦਾ ਅਧਿਕਾਰ ਕਿਸ ਐਕਟ ਰਾਹੀਂ ਮਿਲਿਆ? ਆਪਸ਼ਨ ਏ ਹੈ ਪਿਟਸ ਇੰਡੀਆ ਐਕਟ 1784, ਆਪਸ਼ਨ ਬੀ ਹੈ ਰੈਗੂਲੇਟਿੰਗ ਐਕਟ 1773, ਆਪਸ਼ਨ ਸੀ ਹੈ ਚਾਰਟਰ ਐਕਟ 1853,
ऑप्शन डी है चार्टर एक्ट 1833। ਇਹ ਚਾਰੋਂ ਐਕਟ ਤੁਹਾਨੂੰ ਯਾਦ ਹੋਣੇ ਚਾਹੀਦੇ ਆ ਕਿਹੜੇ ਈਅਰ ਦੇ ਵਿੱਚ ਕਿਹੜਾ ਐਕਟ ਆਇਆ। ਸੋ ਇਹਨਾਂ ਦਾ ਸਕਰੀਨਸ਼ਾਟ ਚਾਹੇ ਲੈ ਲਿਓ। ਬੀ ਆ ਰਿਹਾ ਮੋਸਟਲੀ ਸਭ ਦਾ ਆਂਸਰ। ਸੋ ਇਸ ਦਾ ਆਂਸਰ ਜੋ ਹੈ ਆਪਸ਼ਨ ਬੀ ਹੀ ਹੈ। ਰੈਗੂਲੇਟਿੰਗ ਐਕਟ ਦੇ ਤਹਿਤ ਕੀ ਹੋਇਆ 1773 ਦੇ ਵਿੱਚ ਆਇਆ। ਇਸ ਦਾ ਨਾਂ ਤੋਂ ਹੀ ਸਪਸ਼ਟ ਹੁੰਦਾ ਹੈ। ਰੈਗੂਲੇਟ ਦਾ ਮਤਲਬ ਕੀ ਹੈ ਕਿਸੇ ਚੀਜ਼ ਨੂੰ ਰੈਗੂਲੇਟ ਕਰਨਾ। ਜਿਵੇਂ ਆਪਾਂ ਰਸੋਈ ਦੇ ਵਿੱਚ ਜਾਂ ਕਿਚਨ ਦੇ ਵਿੱਚ ਵੇਖਦੇ ਹਾਂ ਨਾ ਕਿ ਗੈਸ ਸਿਲੰਡਰ ਦੇ ਨਾਲ ਜੋ ਹੈ ਰੈਗੂਲੇਟਰ ਲੱਗਿਆ ਹੁੰਦਾ ਹੈ। ਉਹ ਰੈਗੂਲੇਟਰ ਦਾ ਕੀ ਕੰਮ ਹੈ ਕਿ ਗੈਸ ਜੋ ਹੈ ਉਹ ਪਾਈਪ ਦੇ ਥਰੂ ਉਹਦੇ ਵਿੱਚ ਤੱਕ ਜਾਏ ਗੈਸ ਤੱਕ। ਠੀਕ ਹੈ। ਇਸੇ ਤਰ੍ਹਾਂ ਕੀ ਹੋਇਆ ਕਿ ਇਸ ਰੈਗੂਲੇਟਿੰਗ ਐਕਟ ਦੇ ਤਹਿਤ ਕੰਪਨੀ ਨੂੰ ਰੈਗੂਲੇਟ ਕੀਤਾ ਗਿਆ। ਕਿਹਦੇ ਦੁਆਰਾ? ਬ੍ਰਿਟਿਸ਼ ਸਰਕਾਰ ਦੇ ਦੁਆਰਾ। ਬ੍ਰਿਟਿਸ਼ ਸਰਕਾਰ ਦੇ ਦੁਆਰਾ ਕੰਪਨੀ ਨੂੰ ਰੈਗੂਲੇਟ ਕੀਤਾ ਗਿਆ। ਠੀਕ ਹੈ। ਇਸ ਲਈ ਇਸ ਦਾ ਨਾਮ ਹੋਇਆ ਰੈਗੂਲੇਟਿੰਗ ਐਕਟ 1773। ਨੈਕਸਟ ਕੁਐਸਚਨ ਹੈ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ? ਆਪਸ਼ਨ ਏ ਹੈ ਲਾਰਡ ਡਲਹੌਜੀ, ਆਪਸ਼ਨ ਬੀ ਹੈ ਲਾਰਡ ਕਲਾਈਵ, ਆਪਸ਼ਨ ਸੀ ਹੈ ਲਾਰਡ ਰਿਪਨ, ਆਪਸ਼ਨ ਡੀ ਹੈ ਵੌਨ ਹੈਸਟਿੰਗਸ। ਗਵਰਨਰ ਜਨਰਲ ਪੁੱਛ ਰਿਹਾ, ਸਿੱਧਾ ਕੁਐਸਚਨ ਨੂੰ ਧਿਆਨ ਨਾਲ ਰੀਡ ਕਰਿਓ। ਏ ਆ ਰਿਹਾ, ਡੀ ਆ ਰਿਹਾ ਔਰ ਸੀ ਆ ਰਿਹਾ, ਬੀ ਆਇਆ। ਸੋ ਇਸ ਦਾ ਰਾਈਟ ਜੋ ਆਂਸਰ ਹੈ ਆਪਸ਼ਨ ਡੀ ਹੈ। ਬੰਗਾਲ ਦਾ ਪਹਿਲਾ ਗਵਰਨਰ ਜਨਰਲ ਜੋ ਸੀ ਉਹ ਵੌਨ ਹੈਸਟਿੰਗ ਸੀ। ਠੀਕ ਹੈ। ਇਹ ਕਿਸ ਦੇ ਤਹਿਤ ਗਵਰਨਰ ਜਨਰਲ ਬਣਿਆ? ਰੈਗੂਲੇਟਿੰਗ ਐਕਟ 1773 ਦੇ ਤਹਿਤ। ਠੀਕ ਹੈ। ਇਸ ਤੋਂ ਪਹਿਲਾਂ 3 ਪ੍ਰੈਜ਼ੀਡੈਂਸੀਆਂ ਸੀ, ਬੰਗਾਲ, ਮਦਰਾਸ ਔਰ ਬੰਬਈ। ਇਹਨਾਂ ਤਿੰਨਾਂ ਦੇ ਵਿੱਚ ਅਲੱਗ-ਅਲੱਗ ਜਨਰਲ ਸੀ, ਉਹ ਅਲੱਗ-ਅਲੱਗ ਕੰਮ ਕਰਦੇ ਸੀ। ਲੇਕਿਨ ਹੁਣ ਕੀ ਕੀਤਾ ਗਿਆ ਕਿ ਗਵਰਨਰ ਜਨਰਲ ਬਣਾ ਦਿੱਤਾ ਗਿਆ। ਇਸ ਦੇ ਤਹਿਤ ਜੋ ਬਾਕੀ 2 ਪ੍ਰੈਜ਼ੀਡੈਂਸੀਆਂ ਸੀ ਉਹਨਾਂ ਦੇ ਜੋ ਗਵਰਨਰ ਜਨਰਲ ਸੀ ਉਹਨਾਂ ਨੂੰ ਇਸ ਦੇ ਅਧੀਨ ਕਰ ਦਿੱਤਾ ਗਿਆ। ਠੀਕ ਹੈ। ਵੌਨ ਹੈਸਟਿੰਗ ਜੋ ਸੀ ਪਹਿਲੇ ਗਵਰਨਰ ਜਨਰਲ ਬਣੇ। ਠੀਕ ਹੈ। ਨੈਕਸਟ ਕੁਐਸਚਨ ਹੈ ਕਲਕੱਤਾ ਵਿਖੇ ਸੁਪਰੀਮ ਕੋਰਟ ਦੀ ਸਥਾਪਨਾ ਕਦੋਂ ਹੋਈ? ਆਪਸ਼ਨ ਏ ਹੈ 1911, ਆਪਸ਼ਨ ਬੀ ਹੈ 1773, ਆਪਸ਼ਨ ਸੀ ਹੈ 1784, ਆਪਸ਼ਨ ਡੀ ਹੈ 1774। ਅਗਰ ਤੁਸੀਂ ਇੱਥੇ ਵੀ ਐਲੀਮੀਨੇਟ ਮੈਥਡ ਯੂਜ਼ ਕਰਦੇ ਹੋ ਤਾਂ ਇਸ ਦਾ ਆਂਸਰ ਜੋ ਹੈ ਈਜ਼ੀਲੀ ਲਿਆ ਸਕਦੇ ਹੋ। ਲੇਕਿਨ ਤੁਹਾਨੂੰ ਥੋੜੀ ਬਹੁਤ ਨੌਲੇਜ ਹੋਣੀ ਚਾਹੀਦੀ ਹੈ ਹਿਸਟਰੀ ਦੇ ਵਿੱਚ, ਅਦਰਵਾਈਜ਼ ਐਲੀਮੀਨੇਟ ਮੈਥਡ ਜੋ ਹੈ ਉਹ ਕੰਮ ਨਹੀਂ ਕਰੇਗਾ। ਸੋ ਮੈਂ ਦੱਸਦਾ ਕਿਵੇਂ ਐਲੀਮੀਨੇਟ ਮੈਥਡ ਯੂਜ਼ ਕਰਨਾ ਹੈ। ਆਪਸ਼ਨ ਏ ਦੇ ਵਿੱਚ 1911 ਹੈ। ਆਪਾਂ ਸਭ ਨੂੰ ਪਤਾ ਹੈ 1911 ਦੇ ਵਿੱਚ ਕੀ ਹੋਇਆ ਕਿ ਕਲਕੱਤਾ ਤੋਂ ਅੰਗਰੇਜ਼ਾਂ ਨੇ ਆਪਣੀ ਰਾਜਧਾਨੀ ਦਿੱਲੀ ਨੂੰ ਸ਼ਿਫਟ ਕੀਤਾ ਸੀ। ਠੀਕ ਹੈ। 1773 ਦੇ ਵਿੱਚ ਕੀ ਹੋਇਆ? ਰੈਗੂਲੇਟਿੰਗ ਐਕਟ ਆਇਆ। ਠੀਕ ਹੈ। 1784 ਦੇ ਵਿੱਚ ਕੀ ਹੋਇਆ? ਪਿਟਸ ਇੰਡੀਆ ਐਕਟ ਆਇਆ। ਇੱਕ ਹੀ ਆਪਸ਼ਨ ਬਚੀ। ਸੋ ਤੁਹਾਡਾ ਆਂਸਰ 100% ਰਾਈਟ ਹੋਣ ਦਾ ਚਾਂਸ ਹੈ। ਆਪਸ਼ਨ ਡੀ ਇਸ ਦਾ ਰਾਈਟ ਆਂਸਰ ਹੋਏਗਾ 1774। ਔਰ ਅਗਰ ਤੁਹਾਨੂੰ ਪੁੱਛ ਲਿਆ ਜਾਏ ਕਿਹੜੇ ਐਕਟ ਦੇ ਦੁਆਰਾ ਇਸ ਕਲਕੱਤਾ ਸੁਪਰੀਮ ਕੋਰਟ ਦੀ ਸਥਾਪਨਾ ਹੋਈ? ਰੈਗੂਲੇਟਿੰਗ ਐਕਟ ਦੇ ਦੁਆਰਾ। ਅਗਰ ਤੁਹਾਨੂੰ ਕਲਕੱਤਾ ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀ ਗਿਣਤੀ ਪੁੱਛ ਲਈ ਜਾਏ ਤਾਂ ਟੋਟਲ 4 ਜੱਜ ਸੀ, ਜਿਨ੍ਹਾਂ ਵਿੱਚੋਂ ਇੱਕ CJI ਸੀ, ਮਤਲਬ ਇੱਕ ਚੀਫ ਜਸਟਿਸ ਸੀ ਔਰ 3 ਹੋਰ ਜੱਜ ਸੀ। ਠੀਕ ਹੈ। ਨੈਕਸਟ ਕੁਐਸਚਨ ਹੈ ਭਾਰਤ ਵਿੱਚ ਕੰਪਨੀ ਅਧੀਨ ਖੇਤਰ ਨੂੰ ਪਹਿਲੀ ਵਾਰ ਬ੍ਰਿਟਿਸ਼ ਭਾਰਤੀ ਖੇਤਰ ਕਿਹਾ ਗਿਆ। ਆਪਸ਼ਨ ਏ ਹੈ ਪਿਟਸ ਇੰਡੀਆ ਐਕਟ 1784 ਦੁਆਰਾ, ਆਪਸ਼ਨ ਬੀ ਹੈ ਰੈਗੂਲੇਟਿੰਗ ਐਕਟ 1773 ਦੁਆਰਾ, ਆਪਸ਼ਨ ਸੀ ਹੈ ਚਾਰਟਰ ਐਕਟ 1853 ਦੁਆਰਾ, ਆਪਸ਼ਨ ਡੀ ਹੈ ਚਾਰਟਰ ਐਕਟ 1833 ਦੁਆਰਾ। ਪਹਿਲਾਂ ਜੋ ਸੀ ਬ੍ਰਿਟਿਸ਼ ਇੰਡੀਆ ਜੋ ਸੀ ਕੰਪਨੀ ਰੂਲ ਕਰ ਰਹੀ ਸੀ, ਲੇਕਿਨ ਉਸ ਕੰਪਨੀ ਦੇ ਅਧੀਨ ਜੋ ਖੇਤਰ ਸੀ ਉਸ ਨੂੰ ਬ੍ਰਿਟਿਸ਼ ਭਾਰਤੀ ਖੇਤਰ ਕਿਹਾ ਗਿਆ। ਕਿਹੜੇ ਐਕਟ ਦੇ ਦੁਆਰਾ? ਸੋ ਇਸ ਦਾ ਰਾਈਟ ਆਂਸਰ ਹੈ ਆਪਸ਼ਨ ਏ ਪਿਟਸ ਇੰਡੀਆ ਐਕਟ 1784 ਦੇ ਦੁਆਰਾ ਬ੍ਰਿਟਿਸ਼ ਭਾਰਤੀ ਖੇਤਰ ਕਿਹਾ ਗਿਆ, ਕੰਪਨੀ ਅਧੀਨ ਖੇਤਰ ਨੂੰ। ਠੀਕ ਹੈ। ਪਿਟਸ ਇੰਡੀਆ ਐਕਟ ਕਿਸ ਨੇ ਪਾਸ ਕੀਤਾ? ਉਦੋਂ ਜੋ ਸੀ ਬ੍ਰਿਟੇਨ ਦੇ ਤਤਕਾਲੀ PM ਪਿਟ ਦੀ ਯੰਗਰ ਜੋ ਸੀ ਤਤਕਾਲੀ PM ਸੀ, ਉਹਨਾਂ ਨੇ ਪਾਸ ਕੀਤਾ ਸੀ, ਇਸ ਲਈ ਇਸ ਨੂੰ ਪਿਟਸ ਇੰਡੀਆ ਐਕਟ ਕਿਹਾ ਗਿਆ ਸੀ। ਠੀਕ ਹੈ। ਨੈਕਸਟ ਕੁਐਸਚਨ ਹੈ ਕਿਸ ਐਕਟ ਤਹਿਤ ਕੰਪਨੀ ਦਾ ਭਾਰਤ ਵਿੱਚ ਵਪਾਰ ਕਰਨ ਦਾ ਇੱਕ ਅਧਿਕਾਰ ਖਤਮ ਕਰ ਦਿੱਤਾ ਗਿਆ?
ऑप्शन ए है पिट्स इंडिया एक्ट 1784, ऑप्शन बी है रेगुलेटिंग एक्ट 1773, ऑप्शन सी है चार्टर एक्ट 1853, ऑप्शन डी है चार्टर एक्ट 1813। ਸਭ ਨੂੰ ਪਤਾ ਹੈ ਨਾ ਕੰਪਨੀ 1600 ਈਸਵੀ ਦੇ ਵਿੱਚ ਜੋ ਹੈ ਵਪਾਰ ਕਰਨ ਆਈ ਸੀ ਔਰ ਕੰਪਨੀ ਨੂੰ ਉਹ ਅਧਿਕਾਰ ਸੀ, ਸਿਰਫ ਇੱਕ ਹੀ ਕੰਪਨੀ ਇੰਗਲੈਂਡ ਦੀ ਆਈ ਸੀ, ਉਹਦਾ ਏਕਾਧਿਕਾਰ ਸੀ, ਲੇਕਿਨ ਉਹ ਏਕਾਧਿਕਾਰ ਜੋ ਹੈ ਇੱਕ ਐਕਟ ਦੇ ਥਰੂ ਖਤਮ ਕੀਤਾ ਗਿਆ। ਉਹ ਕਿਹੜਾ ਐਕਟ ਸੀ? ਆਪਸ਼ਨ ਡੀ ਚਾਰਟਰ ਐਕਟ 1813 ਦੇ ਦੁਆਰਾ ਕੰਪਨੀ ਦਾ ਏਕਾਧਿਕਾਰ ਜੋ ਸੀ ਖਤਮ ਕਰਤਾ। ਇਸ ਦੇ ਦੁਆਰਾ ਕੀ ਹੋਇਆ, ਇੰਗਲੈਂਡ ਤੋਂ ਹੋਰ ਵੀ ਕੰਪਨੀਆਂ ਆ ਕੇ ਜੋ ਹੈ ਭਾਰਤ ਦੇ ਵਿੱਚ ਵਪਾਰ ਕਰ ਸਕਦੀਆਂ ਸੀ। ਠੀਕ ਹੈ, ਨੈਕਸਟ ਕੁਐਸਚਨ ਹੈ ਕਿਸ ਐਕਟ ਰਾਹੀਂ ਬੰਗਾਲ ਦੇ ਗਵਰਨਰ ਜਨਰਲ ਨੂੰ ਭਾਰਤ ਦਾ ਗਵਰਨਰ ਜਨਰਲ ਕਿਹਾ ਗਿਆ? ਆਪਸ਼ਨ ਏ ਹੈ ਪਿਟਸ ਇੰਡੀਆ ਐਕਟ 1784, ਆਪਸ਼ਨ ਬੀ ਹੈ ਰੈਗੂਲੇਟਿੰਗ ਐਕਟ 1773, ਆਪਸ਼ਨ ਸੀ ਹੈ ਚਾਰਟਰ ਐਕਟ 1853, ਆਪਸ਼ਨ ਡੀ ਹੈ ਚਾਰਟਰ ਐਕਟ 1833। ਆਪਾਂ ਪਹਿਲਾਂ ਕੀ ਕੁਐਸਚਨ ਪੜਿਆ ਸੀ? ਬੰਗਾਲ ਦੇ ਜਨਰਲ ਨੂੰ ਗਵਰਨਰ ਜਨਰਲ ਕਿਹਾ ਗਿਆ, ਲੇਕਿਨ ਹੁਣ ਦੇ ਕੁਐਸਚਨ ਵਿੱਚ ਕੀ ਹੈ? ਬੰਗਾਲ ਦੇ ਗਵਰਨਰ ਜਨਰਲ ਨੂੰ ਭਾਰਤ ਦਾ ਗਵਰਨਰ ਜਨਰਲ ਕਿਹਾ ਗਿਆ, ਕਿਹੜੇ ਐਕਟ ਦੇ ਥਰੂ? ਸੋ ਇਸ ਦਾ ਰਾਈਟ ਜੋ ਆਨਸਰ ਹੈ ਆਪਸ਼ਨ ਡੀ ਹੈ, ਚਾਰਟਰ ਐਕਟ 1833 ਰਾਹੀਂ। ਇਸ ਤੋਂ ਇਲਾਵਾ ਇਸ ਐਕਟ ਦੇ ਵਿੱਚ ਹੋਰ ਇੱਕ ਚੀਜ਼ ਹੈ, ਉਹ ਯਾਦ ਰੱਖਣੀ ਜ਼ਰੂਰੀ ਹੈ। ਇਸ ਐਕਟ ਰਾਹੀਂ ਇੱਕ ਲੋਕ ਕਮਿਸ਼ਨ ਦੀ ਸਥਾਪਨਾ ਹੋਈ, ਕਾਨੂੰਨ ਆਯੋਗ ਗਠਨ ਕੀਤਾ ਗਿਆ। ਇਸ ਤੋਂ ਇਲਾਵਾ ਦਾਸ ਪ੍ਰਥਾ ਨੂੰ ਗੈਰ ਕਾਨੂੰਨੀ ਜੋ ਹੈ ਘੋਸ਼ਿਤ ਕੀਤਾ ਗਿਆ ਇਸ ਐਕਟ ਦੇ ਥਰੂ। ਠੀਕ ਹੈ, ਦਾਸ ਪ੍ਰਥਾ ਨੂੰ ਗੈਰ ਕਾਨੂੰਨੀ ਘੋਸ਼ਿਤ ਵੀ ਕੀਤਾ ਗਿਆ ਸੀ। ਨੈਕਸਟ ਕੁਐਸਚਨ ਹੈ 1858 ਦੇ ਐਕਟ ਰਾਹੀਂ ਭਾਰਤੀ ਰਾਜ ਸਕੱਤਰ ਦੀ ਮਦਦ ਲਈ ਬਣਾਈ ਗਈ ਭਾਰਤੀ ਪਰਿਸ਼ਦ ਦੇ ਕਿੰਨੇ ਮੈਂਬਰ ਸੀ? ਆਪਸ਼ਨ ਏ ਹੈ 5, ਆਪਸ਼ਨ ਬੀ ਹੈ 10, ਆਪਸ਼ਨ ਸੀ ਹੈ 15, ਆਪਸ਼ਨ ਡੀ ਹੈ 20। भारतीय परिषद मतलब इंडियन काउंसिल, और जो है भारतीय राज सकत्तर का मतलब है सेक्रेटरी ऑफ स्टेट फॉर इंडिया, सेक्रेटरी ऑफ स्टेट फॉर इंडिया। उसकी मदद ਲਈ इंडियन काउंसिल बनाई गई सी। उसके किन्ने मैंबर सी? ए आ रहा और सी आ रहा। सो इसका राइट जो आंसर है ऑप्शन सी है, 15 मैंबर सी। ठीक है, ये एक्ट कदों बनया? 1857 की क्रांति तो बाद। ठीक है, 1857 ਦੀ ਕ੍ਰਾਂਤੀ ਤੋਂ ਬਾਅਦ ਹੋਇਆ। ਇਸ ਤੋਂ ਬਾਅਦ ਕੀ ਹੋਇਆ ਕਿ ਕੰਪਨੀ ਦਾ ਜੋ ਰੂਲ ਸੀ ਉਸ ਨੂੰ ਖਤਮ ਕੀਤਾ ਗਿਆ ਔਰ ਕਰਾਊਨ ਜੋ ਸੀ ਉਸ ਦਾ ਸ਼ਾਸਨ ਜੋ ਸੀ ਸ਼ੁਰੂ ਹੋ ਗਿਆ। ਕਰਾਊਨ ਮਤਲਬ ਤਾਜ, ਤਾਜ ਦਾ ਸ਼ਾਸਨ ਜੋ ਸੀ ਸ਼ੁਰੂ ਹੋ ਗਿਆ ਔਰ ਗਵਰਨਰ ਜਨਰਲ ਦਾ ਪਦ ਖਤਮ ਕੀਤਾ ਗਿਆ ਔਰ ਵਾਇਸਰਾਏ ਉਸ ਦੀ ਜਗ੍ਹਾ ਨਿਯੁਕਤ ਕੀਤਾ ਗਿਆ। ਨੈਕਸਟ ਕੁਐਸਚਨ ਹੈ ਪਹਿਲੇ ਭਾਰਤੀ ਜਿਨ੍ਹਾਂ ਨੇ ਸਿਵਲ ਸੇਵਾ ਪਾਸ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ऑप्शन ए है रविंद्रनाथ टैगोर, ऑप्शन बी है महात्मा गांधी, ऑप्शन सी है सत्येंद्रनाथ टैगोर, ऑप्शन डी है गोपाल कृष्ण गोखले। जपमनप्रीत का ए आया, बाकी सब का सी है। सो ए नाम तो तुहानू याद होना ही चाहिए। सो इसका राइट आंसर है ऑप्शन सी, सत्येंद्रनाथ टैगोर सी, जिन्होंने 1863 ਦੇ ਵਿੱਚ, अगर तुहानू ईयर पूछ लिया जाए तो 1863 है। सब तो पहला जो है सिविल सेवा जो सिविल सर्विसिज सी उसका एग्जाम जो सी क्लीयर किया सी। रविंद्रनाथ टैगोर पहले भारती सी जिन्होंने नोबल पुरस्कार मिलिया सी। महात्मा गांधी बारे आप सब जानते हैं, इन्हों राष्ट्रपिता कहा जाता है। ठीक है, अगर किसी को कोई क्वेश्चन डाउट होए तो वो क्वेश्चन नंबर नोट कर लेना और यूट्यूब ਤੇ जरूर दस्यो कि ਤੁਹਾਡੇ ਕਿੰਨੇ ਕੁਐਸਚਨ ਸਹੀ ਗਏ ਆ ਇਹਨਾਂ ਦੇ ਵਿੱਚੋਂ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਕ੍ਰੈਸ਼ ਕੋਰਸ ਕਿਸ ਚੀਜ਼ ਨੂੰ ਲੈ ਕੇ ਹੈ। ਅਗਰ ਤੁਸੀਂ ਈਟੀਟੀ ਪੇਪਰ ਸੈਕਿੰਡ ਦੀ ਤਿਆਰੀ ਕਰ ਰਹੇ ਹੋ ਜਿੰਦੇ ਵਿੱਚ ਸਾਇੰਸ, ਪੰਜਾਬੀ, ਹਿੰਦੀ, ਇੰਗਲਿਸ਼, ਸੋਸ਼ਲ ਸਾਇੰਸ ਔਰ ਮੈਥ, ਇਹ 6 ਸਬਜੈਕਟ ਆ ਰਹੇ ਆ। ਇਹ 6 ਨੂੰ ਹੀ ਕਵਰ ਕੀਤਾ ਜਾਏਗਾ ਕ੍ਰੈਸ਼ ਕੋਰਸ ਦੇ ਵਿੱਚ। ਇਸ ਤੋਂ ਇਲਾਵਾ ਅਗਰ ਤੁਸੀਂ ਪੰਜਾਬ ਦੇ ਕਿਸੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਜਿੰਦੇ ਵਿੱਚ ਜੀਕੇ ਦਾ ਪਾਰਟ ਹੈ, ਜੀਕੇ ਦੇ ਵਿੱਚ ਕੀ ਆਉਂਦਾ ਹੈ? ਸਾਇੰਸ ਆਉਂਦੀ ਹੈ, ਪੋਲਿਟੀ ਆਉਂਦੀ ਹੈ, ਜੀਓਗ੍ਰਾਫੀ ਆਉਂਦੀ ਹੈ, ਇਕਨੋਮਿਕਸ ਆਉਂਦੀ ਹੈ ਔਰ ਹਿਸਟਰੀ ਆਉਂਦੀ ਹੈ। ਠੀਕ ਹੈ, ਔਰ ਇਹ ਹੀ ਚੀਜ਼ ਸੋਸ਼ਲ ਸਾਇੰਸ ਵਿੱਚ ਵੀ ਆ ਜਾਂਦੀ ਹੈ ਔਰ ਸਾਇੰਸ ਵਿੱਚ ਹੀ ਆ ਜਾਂਦੀ ਹੈ। ਇਸ ਤੋਂ ਇਲਾਵਾ ਮੈਥ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਇੱਕ ਕ੍ਰੈਸ਼ ਕੋਰਸ ਸ਼ੁਰੂ ਹੋਣ ਜਾ ਰਿਹਾ ਹੈ
ਜਿੱਥੋਂ ਵੀ ਤੁਸੀਂ ਲਿੰਕ ਜ਼ੂਮ ਲਿੰਕ ਜੋ ਹੈ ਜੁਆਇਨ ਕੀਤਾ ਹੈ, ਜ਼ੂਮ ਲਿੰਕ ਤੋਂ ਜ਼ੂਮ ਮੀਟਿੰਗ ਨੂੰ ਜੁਆਇਨ ਕੀਤਾ ਹੈ, ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਦਿਓ। ਉਹਦੇ ਵਿੱਚ ਕ੍ਰੈਸ਼ ਕੋਰਸ ਦੀ ਡਿਟੇਲ ਦੱਸ ਦਾਂਗਾ ਕਿ ਕੀ ਇਹਦੇ ਚਾਰजेस ਹੋਣਗੇ। ਅਗਰ ਤੁਹਾਨੂੰ ਤੁਸੀਂ ਲੈਣਾ ਹੈ, ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਕ੍ਰੈਸ਼ ਕੋਰਸ ਸ਼ੁਰੂ ਹੋਣ ਜਾ ਰਿਹਾ। ਅਕੈਡਮੀ ਦੇ ਵੱਲੋਂ ਤਾਂ 12-12 ਹਜ਼ਾਰ ਲਏ ਜਾ ਰਿਹਾ, ਲੇਕਿਨ ਸਭ ਇੰਨਾ ਜੋ ਹੈ ਫੀਸ ਪੇ ਨਹੀਂ ਕਰ ਪਾਉਂਦੇ। ਸੋ ਬਹੁਤ ਘੱਟ ਚਾਰजेस ਹੋਣਗੇ ਜੋ ਸਭ ਪੇ ਕਰ ਸਕਦੇ ਆ। ਇਹ ਕ੍ਰੈਸ਼ ਕੋਰਸ ਉਹਨਾਂ ਲਈ ਸ਼ੁਰੂ ਹੋਣ ਜਾ ਰਿਹਾ। ਅਗਰ ਤੁਸੀਂ ਜੀਕੇ ਪਾਰਟ ਵੀ ਕਵਰ ਕਰਨਾ ਚਾਹੁੰਦੇ ਹੋ ਔਰ ਮੈਥ ਕਵਰ ਕਰਨਾ ਚਾਹੁੰਦੇ ਹੋ ਤੇ ਤੁਹਾਡੇ ਸਭ ਲਈ ਆ। ਹੁਣ ਕਿਸੇ ਨੂੰ ਕੋਈ ਡਾਊਟ ਹੈ ਤਾਂ ਉਹ ਪੁੱਛ ਸਕਦਾ ਹੈ। ਕ੍ਰੈਸ਼ ਕੋਰਸ ਦੀ ਡਿਟੇਲ ਜੋ ਹੈ ਉਹ ਮੈਂ ਪਰਸਨਲੀ ਜੋ ਮੈਨੂੰ ਪੁੱਛੇਗਾ ਉਹਨੂੰ ਜੋ ਹੈ ਮੈਸੇਜ ਕਰ ਦਿੱਤਾ ਜਾਏਗਾ। YouTube ਤੇ ਜਦੋਂ ਵੀਡੀਓ ਅਪਲੋਡ ਹੋਏਗੀ ਉਹਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ ਲਿੰਕ ਦੇ ਦਿੱਤਾ ਜਾਏਗਾ ਗਰੁੱਪਸ ਦਾ, ਉਸ ਨੂੰ ਜੁਆਇਨ ਕਰ ਲੈਣਾ ਔਰ ਤੁਸੀਂ ਉਸ ਗਰੁੱਪ ਦੇ ਵਿੱਚ ਕ੍ਰੈਸ਼ ਕੋਰਸ ਦੀ ਜੋ ਹੈ ਇਨਫੋਰਮੇਸ਼ਨ ਲੈ ਸਕਦੇ ਹੋ। ਕ੍ਰੈਸ਼ ਕੋਰਸ ਜੋ ਹੈ ਬਹੁਤ ਜਲਦੀ ਸ਼ੁਰੂ ਹੋਏਗਾ, 8 ਤਰੀਕ ਨੂੰ ਸ਼ੁਰੂ ਹੋ ਜਾਏਗਾ ਕਿਉਂਕਿ ਐਗਜ਼ਾਮ ਜੋ ਹੈ ਉਹ ਬਹੁਤ ਜਲਦੀ ਹੋ ਜਾਏਗਾ ETT ਦਾ। ਸੋ ਇਹ ਤੁਹਾਡੇ ਸਭ ਕੋਲ ਲਾਸਟ ਚਾਂਸ ਹੈ ਕਿਉਂਕਿ ਇਸ ਤੋਂ ਬਾਅਦ ਜੋ ਹੈ ਇਲੈਕਸ਼ਨ ਦੇ ਕਰੀਬ ਹੀ ਪੋਸਟਾਂ ਆਉਂਦੀਆਂ। ਸੋ ਕਿਸੇ ਦਾ ਕੋਈ ਡਾਊਟ ਹੈ ਤਾਂ ਉਹ ਪੁੱਛ ਸਕਦਾ। ਮਾਈਕ ਸਭ ਦੇ ਜੋ ਹੈ ਅਨਮਿਊਟ ਹੋਣ ਲੱਗਿਆ, हैंड रेज करके 1 बाय 1 पूछ लियो। और जो क्रैश कोर्स शुरू होएगा उनदियां वीडियो जो है यूट्यूब ते अपलोड नहीं होणगियां, सिर्फ उन्हां लई ही होएगा जो क्रैश कोर्स ज्वाइन करनगे।